स्टूडेंट्स अपना जो चैप्टर है चैप्टर का नाम है सैल द यूनिट ऑफ लाइफ और द सैल द बेसिक यूनिट ऑफ लाइफ। जिन्ना भी यूनीवर्स है असी क्या वो दो तरह दी चीज़ां हैगियां लिविंग थिंग्स हैं तो नॉन लिविंग थिंग्स हैं, सजीव हैं तो निर्जीव हैं। ਜਿਹੜੇ सजीव हैं लिविंग थिंग्स हैं वो ਕਿਹੜੀਆਂ ਜਿਨ੍ਹਾਂ ਦੇ ਵਿੱਚ ਲਾਈਫ ਹੁੰਦੀ ਹੈ ਉਹਨਾਂ ਨੂੰ ਅਸੀਂ ਲਿਵਿੰਗ ਥਿੰਗਸ ਕਹਿੰਦੇ ਹਾਂ। ਠੀਕ ਹੈ ਨਾ, ਜਦੋਂ ਅਸੀਂ ਪੜ੍ਹਿਆ ਸੀਗਾ ਕਿ ਬਾਇਓਲੋਜੀ ਕੀ ਹੈ, ਸਟੱਡੀ ਆਫ ਲਾਈਫ। ठीक है, तो वो लाइफ की हैगी है लिविंग थिंग्स है ਜਿਹੜੀਆਂ लिविंग थिंग्स हैं। कोई भी लिविंग थिंग ਅਸੀਂ ਉਹਨੂੰ ऑर्गेनिज्म कह ਦਿੰਦੇ ਹਾਂ। ਕਿਸੇ भी लिविंग थिंग ਜਿਹੜੀ बॉडी है ਉਸਨੂੰ ਅਸੀਂ ਕੀ ਕਹਿੰਦੇ ਹਾਂ बेटे, ऑर्गेनिज्म ਕਹਿੰਦੇ ਹਾਂ। ऑर्गेनिज्म ਜਿਹੜਾ है वो काहदा बनया होया, कोई भी ऑर्गेनिज्म है किसी भी तरह का ऑर्गेनिज्म है वो अलग अलग तरह के सिस्टम्स में मिला के बनया होया। जी बॉडी के विच ऑर्गन के सिस्टम है अलग अलग, सर्कुलेटरी सिस्टम है, डाइजेस्टिव सिस्टम है, जिन्होंने असीं पाचन प्रणाली कहने हैं, साह प्रणाली कहने हैं, लहू गिड़ प्रणाली, अलग अलग तरह के सिस्टम है बॉडी के विच किसी भी ऑर्गेनिज्म के विच। तो वो सारे सिस्टम मिल के की बनती, एक बॉडी बनती है। सिस्टम काहदे बने हुए हैं, ऑर्गन से बने हुए हैं कि छोटे छोटे अंग मिल के की बना देंगे, कोई सिस्टम बना देंगे हैं। हुण जिहड़े ऑर्गन है वो काहदे बनते हैं बेटे, टिश्यू से बनते हैं। ऑर्गन काहदे बनते हैं, टिश्यू से बनते हैं। लेकिन टिश्यू कौन बनाता है, सैल बनाते हैं। टिश्यू कौन बनाता है, सैल। कहने मतलब सैल ने मिलकर टिश्यू बनाता, टिश्यूज़ ने मिलकर ऑर्गन बनाता, ऑर्गन्स ने मिलकर ऑर्गन सिस्टम्स बनाते, तो सारे ऑर्गन सिस्टम्स ने मिलकर एक बॉडी बनाती जिसनों असीं की क्या, ऑर्गेनिज्म क्या। राइट, हुण ਇਹਦਾ ਮਤਲਬ ਕੀ ਹੋਇਆ, ਜੇ ਅਸੀਂ ਪੂਰੀ ਦੀ ਪੂਰੀ ਇਹ ਆਰਗੇਨਾਈਜੇਸ਼ਨ ਦੇਖੀਏ ਤਾਂ ਸੈੱਲ ਇਜ਼ ਦਾ ਬੇਸਿਕ ਯੂਨਿਟ ਆਫ ਲਾਈਫ। ਮੇਨਲੀ ਹਰੇਕ ਲਾਈਫ, ਹਰੇਕ ਆਰਗੇਨਿਜ਼ਮ ਕਾਹਦਾ ਬਣਿਆ ਹੋਇਆ ਹੈਗਾ, ਸੈੱਲਸ ਦਾ ਬਣਿਆ ਹੋਇਆ। ਸੋ ਸੈੱਲ ਇਜ਼ ਦਾ ਬੇਸਿਕ ਯੂਨਿਟ ਆਫ ਲਾਈਫ। ਜੋ ਤੱਕ ਸੈੱਲ ਦੀ ਸਟੱਡੀ ਦਾ ਸਵਾਲ ਹੈਗਾ, ਸਭ ਤੋਂ ਪਹਿਲਾਂ ਸਾਇੰਟਿਸਟ ਰੋਬਰਟ ਹੁੱਕ ਆਏ। ਉਹਨਾਂ ਨੇ ਜਿਹੜਾ ਇੱਕ ਓਕ ਟਰੀ ਹੁੰਦਾ ਹੈਗਾ, ਟਰੀ ਦੀ ਬਾਰਕ ਜਿਹੜੀ ਸੀ ਆਪਾਂ ਬਾਹਰ ਜਿਹੜੀ ਬਾਹਰਲੀ ਛਾਲ ਹੁੰਦੀ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਸੱਕ ਹੁੰਦਾ ਹੈਗਾ। ਜੇ ਆਪਾਂ ਕਿਸੇ ਦਰਖਤ ਦੇ ਕੋਲ ਖੜੀਏ ਤਾਂ ਉਹਦਾ ਜਿਹੜਾ ਤਣਾ ਹੁੰਦਾ ਉਹਦੇ ਬਾਹਰ ਸੱਕ ਜਿਹਾ ਬਣਿਆ ਹੁੰਦਾ ਜਿਹਨੂੰ ਅਸੀਂ ਬਾਰਕ ਕਹਿੰਦੇ ਹਾਂ। ਤਾਂ ਉਹਨੇ ਬਾਰਕ ਦੇ ਜਿਹੜੇ ਸੀਗੇ ਕਾਰਕ ਨੂੰ ਸਟੱਡੀ ਕੀਤਾ। ਜਦੋਂ ਸਟੱਡੀ ਕੀਤਾ ਉਹਨੇ ਕਿਹਾ ਕਿ ਇਹ ਜਿਹੜੇ ਕਾਰਕ ਹੈਗੇ ਆ ਕਾਹਦੇ ਬਣੇ ਹੋਏ ਆ, ਛੋਟੇ ਛੋਟੇ ਸੈੱਲਸ ਦੇ ਬਣੇ ਹੋਏ ਆ, ਕੰਪਾਰਟਮੈਂਟਸ ਦੇ ਬਣੇ ਹੋਏ ਆ। ਉਹਨਾਂ ਕੰਪਾਰਟਮੈਂਟਸ ਉਹਨਾਂ ਨੇ ਸੈੱਲ ਦਾ ਨਾਮ ਦਿੱਤਾ, ਲੇਕਿਨ ਉਹ ਸੈੱਲ ਕੀ ਸੀਗੇ, ਡੈਡ ਸੈੱਲ ਸੀਗੇ। ਤਾਂ ਰੋਬਰਟ ਹੁੱਕ ਨੇ ਕੀ ਆਬਜ਼ਰਵ ਕੀਤਾ, ਡੈਡ ਸੈੱਲਸ ਆਬਜ਼ਰਵ ਕੀਤੇ ਕਾਹਦੇ ਵਿੱਚ, ਕਾਰਕ ਆਫ ਦਾ ਓਕ ਟਰੀ। ਠੀਕ ਹੈ, ਉਸ ਤੋਂ ਬਾਅਦ ਇਹਨਾਂ ਤੋਂ ਬਾਅਦ ਕੌਣ ਆਏ, ਐਂਟਨ ਵੌਨ ਲੈਵਨਹੁੱਕ। ਇਹਨਾਂ ਨੇ ਲਿਵਿੰਗ ਸੈੱਲਸ ਨੂੰ ਸਟੱਡੀ ਕੀਤਾ। ਇਹਨਾਂ ਨੇ ਤਾਂ ਰੋਬਰਟ ਹੁੱਕ ਨੇ ਡੈਡ ਸੈੱਲਸ 'ਤੇ ਸਟੱਡੀ ਕੀਤੀ ਸੀਗੀ, ਲੇਕਿਨ ਲੈਵਨਹੁੱਕ ਨੇ ਕੀ ਡਿਸਕਵਰ ਕੀਤਾ ਸੀ, ਕੀ ਆਬਜ਼ਰਵ ਕੀਤਾ ਸੀ, ਲਿਵਿੰਗ ਸੈੱਲ ਐਕਸਪਲੇਨ ਦਾ ਲਾਈਵ ਸੈੱਲ ਜਿਹੜਾ ਸੀਗਾ ਉਹਨੂੰ ਐਕਸਪਲੇਨ ਕੀਤਾ। ਠੀਕ ਹੈ, ਉਸ ਤੋਂ ਬਾਅਦ ਨੈਕਸਟ ਸਾਇੰਟਿਸਟ ਆ ਗਏ ਰੋਬਰਟ ਬਰਾਊਨ। ਉਹਨਾਂ ਨੇ ਕੀ ਡਿਸਕਵਰ ਕੀਤਾ ਕਿ ਹਰ ਇੱਕ ਸੈੱਲ ਦੇ ਅੰਦਰ ਕੀ ਪ੍ਰੈਜ਼ੈਂਟ ਹੈ, ਇੱਕ ਨਿਊਕਲੀਅਸ ਪ੍ਰੈਜ਼ੈਂਟ ਹੈ। ਸੈੱਲ ਕੰਟੇਨਸ ਏ ਨਿਊਕਲੀਅਸ। ਉਸ ਤੋਂ ਬਾਅਦ ਫਿਰ ਸਾਇੰਟਿਸਟ ਆਉਂਦੇ ਗਏ। ਨੈਕਸਟ ਡੇ ਸਾਇੰਟਿਸਟ ਆਏ, ਉਹ ਸੀ ਐਮ.ਜੇ. ਸ਼ਲੀਡਨ ਐਂਡ ਥਿਓਡਰ ਸ਼ਵਾਨ। ਐਮ.ਜੇ. ਸ਼ਲੀਡਨ ਜਿਹੜੇ ਸੀਗੇ, ਸ਼ਲੀਡਨ ਨੇ ਪਲਾਂਟ ਸੈੱਲਸ ਨੂੰ ਸਟੱਡੀ ਕੀਤਾ, ਸ਼ਵਾਨ ਜੀ ਨੇ ਜਿਹੜਾ ਸੀਗਾ ਐਨੀਮਲ ਸੈੱਲ ਨੂੰ ਸਟੱਡੀ ਕੀਤਾ। ਦੋਨਾਂ ਦੀ ਸਟੱਡੀ ਤੋਂ ਇੱਕ ਜਿਹੜਾ ਸੀ ਕੰਕਲੂਜ਼ਨ ਨਿਕਲਿਆ, ਉਹ ਕੀ ਸੀਗਾ ਕਿ ਸੈੱਲ ਥਿਊਰੀ ਦਿੱਤੀ ਉਹਨਾਂ ਨੇ। ਉਸ ਥਿਊਰੀ ਦੇ ਅਕੋਰਡਿੰਗ ਕੀ ਸੀ ਕਿ ਜਿਹੜੀ ਬਾਡੀ ਹੈਗੀ ਹੈ ਕਿਹਦੀ, ਪਲਾਂਟਸ ਤੇ ਐਨੀਮਲਸ ਦੀ। ਬਾਡੀ ਆਫ ਪਲਾਂਟਸ ਐਂਡ ਐਨੀਮਲਸ ਇਜ਼ ਮੇਡ ਅਪ ਆਫ ਸੈੱਲਸ। ਸਾਰੇ ਪਲਾਂਟ ਸਾਰੇ ਐਨੀਮਲਸ ਦੀ ਬਾਡੀ ਕਾਹਦੀ ਬਣੀ ਹੋਈ ਹੈ, ਸੈੱਲਸ ਦੀ ਜਾਂ ਸੈੱਲਸ ਦੇ ਪ੍ਰੋਡਕਟਸ ਦੀ ਬਣੀ ਹੋਈ ਹੈ। ਤਾਂ ਇਹ ਇੱਕ ਸੈੱਲ ਥਿਊਰੀ ਸੀ ਜਿਹੜੀ ਕਿਹਨੇ ਦਿੱਤੀ ਸੀ, ਸ਼ਲੀਡਨ ਤੇ ਸ਼ਵਾਨ ਨੇ। ਲੇਕਿਨ ਜਦੋਂ ਇਹਨਾਂ ਨੂੰ ਪੁੱਛਿਆ ਗਿਆ ਵੀ ਇਹ ਸੈੱਲ ਕਿੱਥੋਂ ਆਏ ਤਾਂ ਇਹਨਾਂ ਕੋਲ ਕੋਈ ਵੀ ਇਸ ਗੱਲ ਦਾ ਜਵਾਬ ਨਹੀਂ ਸੀ। ਇਸ ਤੋਂ ਬਾਅਦ ਨੈਕਸਟ ਸਾਇੰਟਿਸਟ ਆ ਗਏ ਰੂਡੋਲਫ ਵਿਰਚੋ। ਜਿਹੜੇ ਰੂਡੋਲਫ ਵਿਰਚੋ ਸੀਗੇ, ਹੀ ਵਾਜ਼ ਦਾ ਸਾਇੰਟਿਸਟ ਹੂ ਐਕਸਪਲੇਨਡ ਦੈਟ ਸੈੱਲਸ ਅਰਾਈਜ਼ ਫਰੋਮ ਪ੍ਰੀ ਐਗਜ਼ਿਸਟਿੰਗ ਸੈੱਲ। ਉਹਨਾਂ ਨੇ ਸੈੱਲ ਥਿਊਰੀ ਨੂੰ ਥੋੜ੍ਹਾ ਜਿਹਾ ਮੋਡੀਫਾਈ ਕੀਤਾ ਅਤੇ ਕਿਹਾ ਕਿ ਦਿਸ ਇਜ਼ ਰਾਈਟ ਕਿ ਬੋਡੀ ਕਾਹਦੀ ਬਣੀ ਹੈ, ਸੈੱਲਸ ਦੀ ਬਣੀ ਹੈ। ਆਫ ਕੋਰਸ ਇਟ ਇਜ਼ ਰਾਈਟ, ਬਟ ਸੈੱਲਸ ਜਿਹੜੇ ਹੈ ਉਹ ਪਹਿਲਾਂ ਦੇ ਪਏ ਹੋਏ ਸੈੱਲਸ ਤੋਂ ਹੀ ਨਵੇਂ ਸੈੱਲ ਬਣਦੇ ਹੈ। ਸੈੱਲਸ ਅਰਾਈਜ਼ ਫਰੋਮ ਪ੍ਰੀ ਐਗਜ਼ਿਸਟਿੰਗ ਸੈੱਲਸ। ਪ੍ਰੀ ਮੈਨੇ ਪਹਿਲਾਂ, ਐਗਜ਼ਿਸਟਿੰਗ ਮੈਨੇ ਪਏ ਹੋਏ, ਜਿਹੜੇ ਪਹਿਲਾਂ ਹੋਂਦ ਵਿੱਚ ਹੈਗੀ ਹੈ ਉਹਨਾਂ ਤੋਂ ਹੀ ਨਵੇਂ ਸੈੱਲ ਬਣਦੇ ਹੈ। ਤਾਂ ਉਹਨਾਂ ਨੇ ਇੱਕ ਨੋਰਮਲ ਜੀ ਆਪਦੀ ਲੈਂਗੁਏਜ ਦੇ ਵਿੱਚ ਇਸ ਵਰਡਿੰਗ ਨੂੰ ਕਿਵੇਂ ਲਿਖਿਆ, ਓਮਨਿਸ ਸੈਲੂਲਾ ਈ ਸੈਲੂਲਾ। ਓਮਨਿਸ ਮੈਨੇ all cells arise from cells, all cells
ਅਰਾਈਜ਼ ਫਰੋਮ ਸੈਲਸ, ਆਲ ਨਿਊ ਸੈਲ, ਜਿੰਨੇ ਵੀ ਨਵੇਂ ਸੈੱਲ ਹੈਗੇ ਆ ਉਹ ਪੁਰਾਣੇ ਸੈੱਲ ਤੋਂ ਅਰਾਈਜ਼ ਕਰਦੇ ਹੈ। ਇਹ ਸੀਗਾ ਵਿਚਾਰ ਕਿਹਦਾ? ਰੁਡੋਲਫ ਵਿਰਚੋ ਦਾ। ਤਾਂ ਜਦੋਂ ਇਹਨਾਂ ਤਿੰਨਾਂ ਦੀਆਂ ਸਟੇਟਮੈਂਟਸ ਨੂੰ ਇਕੱਠਾ ਕੀਤਾ ਗਿਆ ਤਾਂ ਸਾਡੇ ਕੋਲ ਕੀ ਆ ਗਈ? ਮਾਡਰਨ ਸੈੱਲ ਥਿਊਰੀ ਆ ਗਈ। ਮਾਡਰਨ ਸੈੱਲ ਥਿਊਰੀ ਦੇ ਅਕੋਰਡਿੰਗ ਕੀ ਸੀਗਾ? ਨੰਬਰ 1, all cells arise from all living things are made up of cells, नंबर 1, ठीक है, कि सारे ऑर्गेनिज्म कादे बने हैं? सेल से बने हैं। नंबर 2, all body functions are प्रोडक्ट ऑफ फंक्शनस ऑफ सैल्स, कि जिन्ने भी अपनी बॉडी ਦੇ ਵਿੱਚ फंक्शन चल रहे हैं वो सारे फंक्शन कितों असल च कित्थे हो रहे हैं? दे आर द प्रोडक्ट ऑफ फंक्शनस ऑफ द सैल। ये सारे फंक्शनस सैल के अंदर हो रहे हैं, वही फंक्शन जिहड़े हैगे साडी बॉडी शो करती है जिहड़े कि सैल्स के अंदर हो रहे हैं, राइट। दैन तीसरा पॉइंट किया सी कि सारे सैल्स प्री एग्जिस्टिंग सैल्स ਤੋਂ अराइज करते हैं। तो ये 3 पॉइंट मॉडर्न सैल थ्योरी के बन गए। उस पास डिस्कस करते हैं सैल का साइज़, कि किसी भी सैल का साइज़ कितना होंदा है। सैल का साइज़ वेरी करता है फ्रॉम सैल टू सैल, फ्रॉम ऑर्गेनिज्म टू ऑर्गेनिज्म, फ्रॉम फंक्शन टू फंक्शन, कि सैल ने की फंक्शन परफॉर्म करना है। सैल का जिहड़ा साइज़ है जे असीं ध्यान नाल देखीए तो सब तो छोटा सैल काहदा हुंदा है? PPLO। PPLO की है? एक माइकोप्लाज्मा है जिन्होंने असीं कहने प्लूरोनिमोनिया लाइक ऑर्गेनिज्म। ये बैक्टीरिया तो छोटा हुंदा है ते वायरस तो वड्डा हुंदा है। इसदा साइज़ कितना है? 0.1 माइक्रोमीटर टू 0.3 माइक्रोमीटर, इन्ना छोटा जिहड़ा हैगा इहदा साइज़ हुंदा है। तो सब तो छोटा सैल की है कि स्मॉलेस्ट, जो लिविंग सैल है स्मॉलेस्ट सैल PPLO। लार्जेस्ट सैल की है? ऑस्ट्रिच एग, शुतुरमुर्ग का जिहड़ा आंडा हुंदा है वो एक सैल का बनिया हुंदा है, वो की है? सब तो वड्डा सैल है। जे असीं देखिए कि लेंथ वाइज कि सब तो ज़्यादा लेंथ किहदी हुंदी है? लॉन्गेस्ट सैल किहड़ा हुंदा है? जिहड़ी साडी बॉडी दे विच पाया जाने वाला नाड़ी सैल है, नर्व सैल है, वो की है? सब तो लंबा हुंदा है। ये सीगी साइज़ की गल। लेकिन ये साइज़ जिहड़ा है किसी सैल का कितना होगा, ये 3 गल्लां उत्ते डिपेंड करता है। पहली गल तो असीं जे ध्यान नाल किसी भी सैल नूं देखदे सी कि एक सैल है, एक ही है न्यूक्लीयस है। तो न्यूक्लीयस के बाहर की है? साइटोप्लाज्म है। न्यूक्लियो साइटोप्लाज्म रेशो, कि न्यूक्लियस कितना है, साइटोप्लाज्म कितना है, इन्हां दी रेशो डिटरमाइन करेगी कि सैल का साइज़ की होएगा। न्यूक्लियो साइटोप्लाज्मिक रेशो डिटरमाइन द सैल साइज़। नंबर 2, सरफेस एरिया टू वॉल्यूम रेशो। एक सैल ए है, एक सैल ए है, ठीक है, ਇਹਦਾ ਸਰਫੇਸ ਏਰੀਆ ਤੇ ਵੋਲਿਊਮ ਹੋਏਗਾ, ਇਸੇ ਤਰ੍ਹਾਂ ਇਹਦਾ ਕੋਈ ਸਰਫੇਸ ਏਰੀਆ ਤੇ ਵੋਲਿਊਮ ਹੋਏਗਾ। ਅਸੀਂ ਉਹਨਾਂ ਦੀ ਰੇਸ਼ੋ ਕੱਢ ਲਾਂਗੇ, ਇਹਦੇ ਸਰਫੇਸ ਏਰੀਆ ਦੀ ਤੇ ਇਹਦੇ ਵੋਲਿਊਮ ਦੀ, ਇਹਦੇ ਸਰਫੇਸ ਏਰੀਆ ਦੀ ਤੇ ਇਹਦੇ ਵੋਲਿਊਮ ਦੀ। ਜਦੋਂ ਅਸੀਂ ਕੰਪੇਅਰ ਕਰਦੇ ਹਾਂ ਤਾਂ ਅਸੀਂ ਦੇਖਦੇ ਹਾਂ ਜਿਵੇਂ ਜਿਵੇਂ ਸੈੱਲ ਛੋਟਾ ਹੁੰਦਾ ਜਾਂਦਾ ਹੈ ਉਹਦੀ ਜਿਹੜੀ ਸਰਫੇਸ ਏਰੀਆ ਟੂ ਵੋਲਿਊਮ ਰੇਸ਼ੋ ਹੈਗੀ ਹੈ ਉਹ ਜ਼ਿਆਦਾ ਹੁੰਦੀ ਜਾਂਦੀ ਹੈ। ਤਾਂ ਜਿਨ੍ਹਾਂ ਦੀ ਸਰਫੇਸ ਏਰੀਆ ਟੂ ਵੋਲਿਊਮ ਰੇਸ਼ੋ ਜ਼ਿਆਦਾ ਹੈਗੀ ਹੈ ਉਹ ਸੈੱਲ ਛੋਟੇ ਹੋਣਗੇ, अदरवाइज सैल की होंगे वड्डे होंगे। तो तुसी ये पॉइंट याद करना है कि सरफेस एरिया टू वॉल्यूम रेशो जिहड़ी है वो डिटरमाइन करती है कि सैल का साइज़ कितना होएगा। फिर है रेट ऑफ मैटाबोलिज्म, कि सैल के अंदर मैटाबोलिज्म कितनी तेज़ी नाल चल रही है। मैटाबोलिज्म की होंदी है? ढाऊ सारू क्रियावां साडे सैल के अंदर रोज़ नहीं तो नवीं चीज़ां बनदियां तो पुरानियां चीज़ां कई होर टुटदियां, नवे मॉलीक्यूल बनते हैं, पुराने मॉलीक्यूल या कंपलैक्स मॉलीक्यूल टुटते हैं तो सिंपल तो कंपलैक्स बनते हैं। सिंपल तो कंपलैक्स बनना एनाबॉलिक होंदा है, कंपलैक्स का टुट के सिंपल च कन्वर्ट होना कैटाबॉलिक होंदा है। दोनों नूं मिल के तो मैटाबोलिज्म की होंदा है? एक्चुअली एनाबोलिज्म प्लस कैटाबोलिज्म, कैटाबोलिज्म दोनों का जोड़ ਢਾਊ ਤੇ ਉਸਾਰੂ ਕਿਰਿਆ। ਇਹ ਢਾਊ ਕਿਰਿਆ, ਇਹ ਉਸਾਰੂ ਕਿਰਿਆ, ਦੋਨਾਂ ਦੇ ਜੋੜ ਨੂੰ ਅਸੀਂ ਕੀ ਕਹਿੰਦੇ ਆ? ਮੈਟਾਬੋਲਿਜ਼ਮ। ਤਾਂ ਮੈਟਾਬੋਲਿਜ਼ਮ ਦਾ ਰੇਟ ਕਿੰਨਾ ਹੈ ਉਹਦੇ ਅਕੋਰਡਿੰਗ ਹੀ ਸੈੱਲ ਦਾ ਸਾਈਜ਼ ਹੋਏਗਾ, ਠੀਕ ਹੈ। ਸੋ ਇਹ ਸੀਗੇ ਫੈਕਟਰਸ ਡਿਟਰਮਾਈਨਿੰਗ ਦਾ ਸਾਈਜ਼ ਆਫ ਦਾ ਸੈੱਲ ਔਰ ਅਫੈਕਟਿੰਗ ਦਾ ਸਾਈਜ਼ ਆਫ ਦਾ ਸੈੱਲ। ਉਸ ਤੋਂ ਬਾਅਦ ਨੈਕਸਟ ਸਾਡੇ ਕੋਲ ਸ਼ੇਪ ਆਫ ਸੈੱਲ। ਸੈੱਲ ਦੀ ਸ਼ੇਪ ਜਿਹੜੀ ਹੈ बहुत तरह की है, बहुत अनगिनत टाइप ਦੀਆਂ ਜਿਹੜੀਆਂ ਹੈਗੀਆਂ ਇਹਨਾਂ ਦੀਆਂ ਸ਼ੇਪਸ ਹੁੰਦੀਆਂ। कुछ शेप्स ਅਸੀਂ ਇੱਥੇ ਡਰਾ ਕੀਤੀਆਂ, ਜਿਵੇਂ ਕੁਝ ਸੈੱਲ ਕੀ ਹੁੰਦੇ ਆ? ਅਮੀਬॉइड शेप, मतलब ਇਹਨਾਂ ਦੀ ਕੋਈ ਖਾਸ ਬਣਤਰ ਨਹੀਂ ਹੁੰਦੀ, ਕੋਈ ਵੀ ਬਣਤਰ ਇਹ ਲੈ ਲੈਂਦੇ ਹੈਗੇ ਆ, ਅਮੀਬਾ ਵਾਂਗੂ ਹੁੰਦੇ ਆ। ਸੋ ਦੇ ਆਰ ਕਾਲਡ ਅਮੀਬॉइड ਸ਼ੇਪਡ ਸੈਲਸ। ਕੁਝ ਸਪਿੰਡਲ ਦੀ ਤਰ੍ਹਾਂ ਹੁੰਦੇ ਆ, ਤਕਲੇ ਵਾਂਗੂ ਹੁੰਦੇ ਆ, ਜਿਵੇਂ ਸਾਡੀਆਂ ਮਸਲਸ ਹੁੰਦੀਆਂ ਬੋਡੀ ਦੀਆਂ, ਉਹ ਕੀ ਹੁੰਦੀਆਂ? ਉਹਦੇ ਸੈੱਲ ਕੀ ਹੁੰਦੇ? ਤਕਲੇ ਦੇ ਆਕਾਰ ਦੇ ਹੁੰਦੇ, ਸਪਿੰਡਲ ਸ਼ੇਪਡ ਹੁੰਦੇ ਆ। ਕੁਝ ਸੈੱਲ ਕੀ ਹੁੰਦੇ? ਕੋਲਮਨਰ, ਜਿਵੇਂ ਆਹ ਪੈਨ ਕੀ ਹੈ? ਕੋਲਮਨਰ ਹੈ।
ਇੱਕ ਤਰ੍ਹਾਂ ਦਾ ਕੋਲਮਨਰ ਹੈ। ਤਾਂ ਕੋਲਮ ਦੇ ਆਕਾਰ ਦੇ ਜਿਹੜੇ ਹੈ, ਚੌਕ ਹੈ ਕੋਲਮਨਰ ਹੈ, ਕੋਲਮਨਰ ਆਕਾਰ ਦੇ ਪੈਨ ਹੁੰਦੇ ਆ, ਸੈੱਲ ਹੁੰਦੇ ਆ। ਕੁਝ ਕਿਊਬੋਇਡਲ, ਕੁਝ ਕਿਹਦੇ ਵਰਗੇ ਹੁੰਦੇ ਆ, ਕਿਊਬ ਵਰਗੇ ਹੁੰਦੇ ਆ। ਜਿਵੇਂ ਤੁਸੀਂ ਲੁੱਡੋ ਖੇਡਦੇ ਹੋ ਨਾ, ਤਾਂ ਤੁਹਾਡੇ ਕੋਲ ਉਹ ਜਿਹੜਾ ਡਾਇਸ ਨਾਲ ਖੇਡਦੇ ਹੋ ਤੁਸੀਂ, ਠੀਕ ਹੈ, ਉਹਨੂੰ ਅਸੀਂ ਕਿਊਬ ਕਹਿੰਦੇ ਆ। ਤਾਂ ਕੁਝ ਕੀ ਹੈ, ਕਿਊਬ ਸ਼ੇਪ ਦੇ ਹੁੰਦੇ ਹੈ। ਕੁਝ ਰਾਊਂਡ ਕੰਚ ਦੀਆਂ ਗੋਲੀਆਂ ਵਰਗੇ, ਠੀਕ ਹੈ, ਕੰਚ ਦੀ ਕੋਕਸ ਜਿਹਨਾਂ ਨੂੰ ਅਸੀਂ ਕਹਿ ਦਿੰਦੇ ਹਾਂ, ਕੰਚ ਦੀਆਂ ਗੋਲੀਆਂ ਵਰਗੇ ਹੁੰਦੇ ਆ। ਕੁਝ ਜਿਹੜੇ ਇਸ ਤਰ੍ਹਾਂ ਕਰਕੇ ਸਪਰਿੰਗ ਵਰਗੇ ਹੁੰਦੇ ਆ, ਜਿਹਨਾਂ ਨੂੰ ਅਸੀਂ ਸਪਾਇਰਲ ਕਹਿੰਦੇ ਹਾਂ। ਤਾਂ ਇਹ ਅਲੱਗ-ਅਲੱਗ ਤਰ੍ਹਾਂ ਦੀਆਂ ਜਿਹੜੀਆਂ ਸ਼ੇਪਸ ਹੈਗੀਆਂ ਸੈਲਸ ਦੀਆਂ ਨਜ਼ਰ ਆਉਂਦੀਆਂ ਹੈਗੀਆਂ। ਉਸ ਤੋਂ ਬਾਅਦ ਸਾਡੇ ਕੋਲ ਆ ਜਾਂਦਾ ਹੈਗਾ ਟਾਈਪਸ ਆਫ ਸੈਲਸ। ਸੈਲਸ ਦੋ ਤਰ੍ਹਾਂ ਦੇ ਹੁੰਦੇ ਆ, ਪ੍ਰੋਕੈਰੀਓਟਿਕ ਸੈੱਲ ਤੇ ਯੂਕੈਰੀਓਟਿਕ ਸੈੱਲ। ਪ੍ਰੋਕੈਰੀਓਟਿਕ, ਦੇਖੋ ਸ਼ਬਦ ਕੀ ਹੈ, ਪ੍ਰੋ ਦਾ ਮਤਲਬ ਹੁੰਦਾ ਪ੍ਰਿਮਿਟਿਵ, ਕੱਚਾ। ਕੈਰੀਓ ਦਾ ਮਤਲਬ ਹੁੰਦਾ ਨਿਊਕਲੀਅਸ। ਉਹ ਸੈੱਲ ਜਿਨ੍ਹਾਂ ਵਿੱਚ ਕੱਚੇ ਤੌਰ 'ਤੇ ਨਿਊਕਲੀਅਸ ਹੁੰਦਾ, ਮੀਨਸ ਕੋਈ ਪੱਕਾ ਨਿਊਕਲੀਅਸ ਨਹੀਂ ਹੁੰਦਾ, ਕੱਚੇ ਤੌਰ 'ਤੇ ਪ੍ਰੀਮਿਟਿਵ ਨਿਊਕਲੀਅਸ ਹੁੰਦਾ, ਜਿਨ੍ਹਾਂ ਵਿੱਚ ਉਹਨਾਂ ਨੂੰ ਅਸੀਂ ਪ੍ਰੋਕੈਰੀਓਟ ਕਹਿੰਦੇ ਹਾਂ। ਜਿਵੇਂ ਕਿ ਇੱਕ ਮੈਂ ਸੈੱਲ ਬਣਾਇਆ ਅਤੇ ਜਿਹੜਾ ਨਿਊਕਲੀਅਸ ਦਾ ਸਮਾਨ ਹੈ ਉਹ ਐਂ ਸਾਈਟੋਪਲਾਜ਼ਮ 'ਚ ਖਿੰਡਿਆ ਪਿਆ ਹੈਗਾ, ਤਾਂ ਇੱਕ ਅਸੀਂ ਕਹਿੰਦੇ ਹਾਂ ਇਹ ਕੀ ਹੈ, ਪ੍ਰੋਕੈਰੀਓਟਿਕ ਸੈੱਲ ਹੈ। ਇਟ ਇਜ਼ ਦਾ ਸੈੱਲ ਵਿਦ ਨੋ ਵੈਲ ਡਿਫਾਈਨਡ ਨਿਊਕਲੀਅਸ। ਇੱਕ ਸੈੱਲ ਹੈ ਜਿਹਦੇ ਵਿੱਚ ਕੋਈ ਵੀ ਵੈਲ ਡਿਫਾਈਨਡ ਨਿਊਕਲੀਅਸ ਨਹੀਂ ਹੁੰਦਾ। ਦੂਜੇ ਪਾਸੇ ਯੂਕੈਰੀਓਟਿਕ ਸੈੱਲ, ਈਯੂ ਦਾ ਮਤਲਬ ਹੁੰਦਾ ਟ੍ਰਿਊ, ਯੂ ਦਾ ਮਤਲਬ ਹੁੰਦਾ ਟ੍ਰਿਊ, ਕੈਰੀਓ ਦਾ ਮਤਲਬ ਕੀ ਹੋ ਗਿਆ, ਨਿਊਕਲੀਅਸ। ਉਹ ਸੈੱਲ ਜਿਨ੍ਹਾਂ ਵਿੱਚ ਟ੍ਰਿਊ ਨਿਊਕਲੀਅਸ ਹੁੰਦਾ ਉਹਨਾਂ ਨੂੰ ਅਸੀਂ ਯੂਕੈਰੀਓਟਿਕ ਸੈੱਲ ਕਹਿੰਦੇ ਹਾਂ, ਠੀਕ ਹੈ। ਯੂਕੈਰੀਓਟਿਕ ਸੈੱਲ ਦੇ ਵਿੱਚ ਕੀ ਹੈ, ਵੈਲ ਡਿਫਾਈਨਡ ਨਿਊਕਲੀਅਸ ਹੁੰਦਾ ਹੈ। ਇਹ ਅੱਗੇ ਦੋ ਤਰ੍ਹਾਂ ਦਾ ਹੁੰਦਾ ਹੈ, ਐਨੀਮਲ ਸੈੱਲ ਅਤੇ ਪਲਾਂਟ ਸੈੱਲ। ਇਹ ਕੀ ਹੈਗੇ ਦੋਨੋਂ, ਯੂਕੈਰੀਓਟਿਕ ਸੈੱਲ ਹੈ। ਤਾਂ ਟੋਟਲ ਸਾਡੇ ਕੋਲ 3 ਤਰ੍ਹਾਂ ਦੇ ਸੈੱਲ ਹੋ ਗਏ, ਪ੍ਰੋਕੈਰੀਓਟਿਕ ਸੈੱਲ, ਐਨੀਮਲ ਸੈੱਲ ਅਤੇ ਪਲਾਂਟ ਸੈੱਲ। ਅਗਲੇ ਲੈਕਚਰ ਦੇ ਵਿੱਚ ਅਸੀਂ ਇਹਨਾਂ ਤਿੰਨਾਂ ਦੀ ਪੂਰੀ ਡਿਸਕ੍ਰਿਪਸ਼ਨ ਕਰਾਂਗੇ ਕਿ ਇਹਨਾਂ ਦੀ ਸਟਰਕਚਰ ਕਿਹੋ ਜਿਹੀ ਹੁੰਦੀ ਹੈ।